ਜਿਵੇਂ ਸਾਡੀ ਦਿੱਖ ਬਾਹਰੋਂ ਸਿੱਖ ਤੇ ਸਿੱਖ ਦਿਸਦੀ ਹੈ, ਜਿਸ ਦਿਨ ਅੰਦਰ ਸਾਡੇ ਬਾਣੀ ਦਾ ਬਾਣਾ ਪੈ ਗਿਆ, ਉਸ ਦਿਨ ਅਸੀਂ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ। ਕਿਉਂਕਿ ਅਸੀਂ ਆਤਮਾ ਨੂੰ ਬਾਣੀ ਦਾ ਬਾਣਾ ਪਹਿਨਾਉਣਾ ਹੈ। ਸਰੀਰ ਨੂੰ ਜਿੱਥੇ ਅਸੀਂ ਬਾਹਰਲੇ ਬਾਣੀ ਪਹਿਨਾਉਂਦੇ ਹਾਂ, ਇਹਦਾ ਵਿਖਾਵਿਆਂ ਤੋਂ, ਇਹਦਾ ਭੇਖਾਂ ਤੋਂ ਉੱਪਰ ਉੱਠ ਕੇ ਅਸੀਂ ਬਾਣੀ ਦਾ ਬਾਣਾ ਆਤਮਾ ਨੂੰ ਪਹਿਨਾ ਦਈਏ ਤੇ ਗੁਰਮੁਖ ਪਿਆਰਿਓ ਤੇ ਸਾਡੀ ਆਤਮਾ ਦੀ ਸਦਾ ਕਲਿਆਣਤਾ ਹੋ ਜਾਵੇਗਾ। ਜਿਸ ਜੀਵਨ ਨੂੰ ਅਸੀਂ ਪਾਵਨ ਵਾਸਤੇ ਗੁਰੂ ਕੀ ਬਾਣੀ ਨਾਲ ਜੁੜਦੇ ਹਾਂ ਜਾਂ ਜੁੜਨਾ ਹੈ, ਫਿਰ ਸਾਨੂੰ ਉਹ ਜੀਵਨ ਪ੍ਰਾਪਤ ਹੋ ਜਾਵੇਗਾ। ਇਸ ਕਰਕੇ ਗੁਰਮੁਖ ਪਿਆਰਿਓ, ਗੁਰੂ ਨਾਲ ਤੇ ਗੁਰੂ ਕੀ ਬਾਣੀ ਦੇ ਵਿੱਚ ਭੇਦ ਕੋਈ ਨਹੀਂ। ਇਸ ਕਰਕੇ ਬਾਣੀ ਨੂੰ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਗੁਰੂ ਮੰਨ ਕੇ ਅਸੀਂ ਆਤਮਿਕ ਤੌਰ ਤੇ ਜਦੋਂ ਚੱਲਣਾ ਆਰੰਭ ਕਰ ਦੇਵਾਂਗੇ, ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਜਾਵੇਗਾ। ਸੋ ਇਤਨੀ ਹਾਜ਼ਰੀ ਸੰਗਤ ਨੂੰ ਬੇਨਤੀ ਕਿ ਪ੍ਰਵਾਨ ਕਰਿਓ। ਹੁਣ ਭਾਈ ਸਾਹਿਬ ਜੀ ਤੋਂ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਜੀ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਨਾਨਕ ਹੋਤ ਨਿਹਾਲ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਤੋਂ ਲੈ ਕੇ ਅਸੀਂ ਗੁਰੂ ਸਾਹਿਬ ਦੀ ਬਾਣੀ, ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਆਪਾਂ ਕੁਝ ਸਮੇਂ ਵਾਸਤੇ ਹੁਕਮਨਾਮੇ ਸਾਹਿਬ ਦੀ, ਸ਼੍ਰੀ ਮੁਖ ਵਾਕ ਸਾਹਿਬ ਜੀ ਦੀ ਵਿਚਾਰ ਨੂੰ ਸਰਵਣ ਕਰਨ ਲਈ ਹਾਜ਼ਰੀਆਂ ਭਰ ਰਹੇ ਹਾਂ। ਪੂਰੀ ਇਕਾਗਰਤਾ ਬਣਾ ਕੇ ਰੱਖਿਓ, ਕਿਉਂਕਿ ਗੁਰੂ ਸਾਹਿਬ ਜੀ ਦੀ ਜੋ ਬਾਣੀ ਹੁੰਦੀ ਹੈ, ਉਹਦੇ ਵਿੱਚ ਬਹੁਤ ਹੀ ਕੁਝ ਬਰੀਕ ਗੱਲਾਂ ਹੁੰਦੀਆਂ ਨੇ। ਜੇ ਇਕਾਗਰਤਾ ਨਾ ਹੋਵੇ ਤਾਂ ਫਿਰ ਪੂਰੀ ਗੱਲ ਨਹੀਂ ਬਣਦੀ। ਅੱਜ ਦਾ ਪਾਵਨ ਬਚਨ ਸੋਢੀ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ।
ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ ਜੀ, ਜੋ ਕਿ ਰਾਗ ਧਨਾਸਰੀ ਦੇ ਵਿੱਚ 669 ਅੰਗ ਤੋਂ ਆਰੰਭ ਹੋ ਕੇ 670 ਅੰਗ ਤੇ ਸੰਪੂਰਨ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਮੂਲ ਭਾਵ ਆਖਿਆ ਹੈ ਕਿ ਜਿਹੜੇ ਰੱਬ ਦੇ, ਖੁਦਾ ਦੇ ਨੇਕ ਬੰਦੇ ਹੁੰਦੇ ਨੇ, ਉਹ ਸਤਨਾਮ ਜਪਦੇ ਨੇ ਤੇ ਉਹਨਾਂ ਦੀ ਖੁਸ਼ੀ ਤੇ ਉਹਨਾਂ ਨੂੰ ਚਾਅ, ਉਹਨਾਂ ਨੂੰ ਇਹੀ ਸਭ ਤੋਂ ਸੌਖ ਲੱਗਦੀ ਆ। ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਰੱਬ ਦਾ ਨਾਮ ਜਪਣਾ। ਇਹਦੇ ਨਾਲ ਬੰਦੇ ਦੀ ਬਾਹਰੀ ਹਾਲਤ, ਇਹਦੇ ਨਾਲ ਬੰਦੇ ਦੀ ਅੰਦਰਲੀ ਹਾਲਤ ਵੀ ਸੁਧਰਦੀ ਆ। ਜਦੋਂ ਆਪਾਂ ਨਿਤ ਧਿਆਈਐ ਹਰ ਪੁਰਖ ਨਿਰੰਜਨ, ਜਦੋਂ ਗੁਰੂ ਸਾਹਿਬ ਜੀ ਨੂੰ ਯਾਦ ਕਰਦੇ ਹਾਂ, ਬੰਦੇ ਦੀ ਅੰਦਰੋਂ ਵੀ ਸੀਰਤ ਵੀ ਸੋਹਣੀ ਬਣਦੀ ਆ। ਤੇ ਜਦੋਂ ਆਪਾਂ ਕੇਸ ਦਾੜਾ ਪ੍ਰਕਾਸ਼ ਕਰ ਲੈਨੇ ਆ, ਪੂਰਨ ਕੁਦਰਤ ਦਾ ਜਿਹੜਾ ਰੂਪ ਆ ਸਾਨੂੰ ਦਿੱਤਾ ਹੋਇਆ, ਜੋ ਵਾਹਿਗੁਰੂ ਗੁਰੂ ਸਾਹਿਬ ਜੀ ਆਖਦੇ ਆ, ਸਾਬਤ ਸੂਰਤ ਦਸਤਾਰ ਸਿਰਾ, ਫਿਰ ਉਹ ਗੁਰੂ ਨੂੰ ਵੀ ਅਸੀਂ ਸੋਹਣੇ ਲੱਗਦੇ ਆ। ਇਹ ਆਖਿਆ ਹੈ। ਆਓ ਆਪਾਂ ਇਹਦੀ ਹੁਣ ਪੂਰੇ ਵਿਸਥਾਰ ਦੇ ਨਾਲ ਵਿਚਾਰ ਕਰਾਂਗੇ। ਧਨਾਸਰੀ ਮਹੱਲਾ ਚੌਥਾ। ਗੁਰੂ ਸਾਹਿਬ ਵਿੱਚ 31 ਰਾਗ ਨੇ, ਕੁਝ ਰਾਗਣੀਆਂ ਹਨ। ਉਹਨਾਂ ਵਿੱਚੋਂ ਇੱਕ ਰਾਗ ਆ ਧਨਾਸਰੀ। ਉਹਦੇ ਵਿੱਚ ਗੁਰੂ ਰਾਮਦਾਸ ਜੀ ਨੇ ਸ਼ਬਦ ਉਚਾਰਿਆ ਹੈ। ਬਚਨ ਕਰਦੇ ਨੇ, ਇੱਛਾ ਪੂਰਕ। ਇੱਛਾ ਬੰਦੇ ਦੀ ਕਾਮਨਾ ਭਾਵ, ਬੰਦੇ ਦੀਆਂ ਡਿਜ਼ਾਇਰਸ ਜਿਹੜੀਆਂ ਹੁੰਦੀਆਂ ਨੇ, ਸੁਪਨੇ ਸਾਡੇ ਹੁੰਦੇ ਨੇ, ਇੱਛਾਵਾਂ, ਕਾਮਨਾਵਾਂ ਕਹਿ ਲਓ, ਸੁਪਨੇ ਕਹਿ ਲਓ, ਜਿਹੜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਪੂਰੇ ਹੋ ਜਾਣ। ਪੂਰਕ ਸਰਬ ਸੁਖ ਦਾਤਾ ਹਰ। ਜੇ ਕਦੇ ਬੰਦੇ ਦੀ ਇੱਛਾ ਪੂਰੀ ਹੁੰਦੀ ਆ ਨਾ, ਮੰਨ ਲਓ ਤੁਹਾਡੀ ਕੋਈ ਇੱਛਾ ਸੀ ਪੂਰੀ ਹੋ ਗਈ, ਤਾਂ ਇਹ ਸਮਝਿਓ ਇਹ ਰੱਬ ਦੀ ਇੱਛਾ ਸੀ ਤਾਂ ਪੂਰੀ ਹੋਈ ਆ। ਤੁਹਾਡੇ ਕਰਕੇ ਨਹੀਂ ਪੂਰੀ ਹੋਈ, ਰੱਬ ਇਹ ਚਾਹੁੰਦਾ ਸੀ ਤਾਂ ਹੋ ਗਿਆ। ਕਈ ਵਾਰੀ ਸਾਡੇ ਸੁਪਨੇ ਹੁੰਦੇ ਨੇ ਕਿ ਉਹ ਚੀਜ਼ ਪੂਰੀ ਹੋ ਜੇ, ਇਹ ਹੋ ਜੇ, ਕਈ ਹੋ ਜਾਂਦੇ ਆ ਤੇ ਕਿ ਨਹੀਂ ਹੁੰਦੇ। ਜਿਹੜੇ ਤਾਂ ਰੱਬ ਦੇ ਇੱਛਾ ਦੇ ਅਨੁਸਾਰ, ਉਹਦੇ ਮੁਤਾਬਕ ਹੁੰਦੇ ਨੇ, ਉਹ ਪੂਰੇ ਹੁੰਦੇ ਨੇ। ਆਪਣਾ ਚਿਤ ਵਿਵਹਾਰ ਕਰੈ ਜੋ ਮੇਰੇ ਚਿਤ ਨਾ ਹੋਏ। ਬੰਦਾ ਤਾਂ ਕਹਿੰਦਾ ਮੈਂ ਸ਼ਾਮ ਨੂੰ ਰਾਜਾ ਬਣ ਜਾ, ਬੰਦੇ ਦੇ ਕਿਹਾ ਨਹੀਂ ਕੁਝ ਹੁੰਦਾ। ਬੰਦਾ ਤਾਂ ਬਹੁਤ ਕੁਝ ਸੋਚਦਾ ਹੈ। ਮੇਰੀ ਉਹ ਇੱਛਾ ਹੀ ਪੂਰੀ ਹੁੰਦੀ ਆ ਜਿਹੜੀ ਗੁਰੂ ਨੂੰ ਚੰਗੀ ਲੱਗਦੀ ਆ, ਜਿਹੜੀ ਪਰਮਾਤਮਾ ਚਾਹੁੰਦਾ ਹੈ। ਮੇਰੀ ਉਹ ਇੱਛਾ ਕਦੇ ਨਹੀਂ ਪੂਰੀ ਹੋਊਗੀ ਜਿਹੜੀ ਰੱਬ ਨਹੀਂ ਚਾਹੁੰਦਾ। ਇਸ ਕਰਕੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਜਾ ਕੇ ਵਸ ਹੈ ਕਾਮ ਧੇਨਾ। ਇੱਥੇ ਸਨਾਤਨ ਧਰਮ ਦੀ ਇੱਕ ਉਦਾਹਰਨ ਲਈ ਆ। ਹਿੰਦੂਇਜ਼ਮ ਦੇ ਵਿੱਚ ਇੱਕ ਗੱਲ ਆਖੀ ਜਾਂਦੀ ਆ, ਕਿਹਾ ਜਾਂਦਾ ਇੱਕ ਗਾਂ ਹੈ, ਉਹਦਾ ਨਾਮ ਆ ਕਾਮਧੇਨ। ਇਹ ਸਿਰਫ ਉਦਾਹਰਨ ਦਿੱਤੀ ਸਾਹਿਬ ਜੀ ਨੇ। ਕਹਿੰਦੇ ਜੇ ਉਹ ਬੰਦੇ ਨੂੰ ਮਿਲ ਜੇ ਨਾ, ਜੋ ਤੋਂ ਮੰਗੋ ਤੇ ਉਹ ਦੇ ਦਿੰਦੀ ਆ। ਇੱਦਾਂ ਹੀ ਦੋ ਚੀਜ਼ਾਂ ਹੁੰਦੀਆਂ ਨੇ ਹਿੰਦੂਇਜ਼ਮ ਦੇ ਗ੍ਰੰਥਾਂ ਵਿੱਚ, ਕੁਝ ਵੇਦਾਂ ਵਿੱਚ, ਕਿ ਇੱਕ ਕਾਮਧੇਨ ਗਊ ਹੈ, ਗਾਂ ਹੈ, ਤੇ ਇੱਕ ਦਰਖਤ ਆ, ਉਹਦਾ ਨਾਮ ਆ ਕਲਪ। ਇਹ ਜੇ ਬੰਦੇ ਨੂੰ ਮਿਲ ਜਾਣ ਤੇ ਬੰਦਾ ਜੋ ਕਹੇ ਤੇ ਉਹ ਮਿਲ ਜੇਗਾ ਬੰਦੇ ਨੂੰ। ਗੁਰੂ ਸਾਹਿਬ ਜੀ ਕਹਿੰਦੇ ਹੁਣ ਤੁਸੀਂ ਇਹਨਾਂ ਨੂੰ ਲੱਭਣ ਨਾ ਟੁਰ ਜਿਓ। ਇਹ ਨਾ ਵੇਖਣ ਲੱਗ ਜਿਓ ਗਾਂ ਲੱਭਣੀ ਆ ਜਿਹੜੀ ਮੇਰੀ ਤਮੰਨਾ ਪੂਰੀ ਕਰ ਦੇਵੇ। ਇਹ ਨਾ ਲੱਭਣ ਟੁਰ ਜਿਓ, ਜਾਂ ਉਹ ਦਰਖਤ ਕਿੱਥੇ ਆ ਜਿਹੜਾ ਮੇਰੀ ਇੱਛਾ ਪੂਰੀ ਕਰ ਦੇਵੇ, ਉਹਨੂੰ ਨਾ ਲੱਭਣ ਟੁਰ ਜਿਓ। ਤੁਹਾਡਾ ਗੁਰੂ ਹੀ ਤੁਹਾਡੇ ਵਾਸਤੇ ਕਾਮਧੇਨ ਹੈ, ਤੁਹਾਡਾ ਗੁਰੂ ਹੀ ਤੁਹਾਡੇ ਵਾਸਤੇ ਉਹ ਦਰਖਤ ਆ, ਕਲਪ ਬਿਰਛ ਆ, ਕਿਉਂਕਿ ਉਹ ਹੀ ਤੁਹਾਡੀ ਇੱਛਾ ਨੂੰ ਪੂਰੀ ਕਰੇਗਾ। ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ। ਇਹ ਆਖ ਰਹੇ ਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਗੁਰੂ ਸਾਹਿਬ ਤੋਂ ਮੰਗੋ, ਤੁਹਾਨੂੰ ਜ਼ਰੂਰ ਮਿਲੇਗਾ। ਅਰਦਾਸ ਕਰੋ,
खुदा मंजूर करता है दुआ जब दिल से होती है। नानक हुक्म न चलई नाल खसम चले अरदास। ਤੁਹਾਡੀ ਜ਼ਰੂਰ ਅਰਦਾਸ ਪੂਰੀ ਹੋਵੇਗੀ। ਜੇ ਤੁਸੀਂ ਮੰਗਿਆ ਵੀ ਨਾ ਕੁਝ ਤੇ ਨਹੀਂ ਮਿਲਿਆ, ਸਮਝ ਲਿਓ ਉਹ ਤੁਹਾਡੇ ਲਈ ਬਿਹਤਰ ਹੀ ਆ, ਤੁਹਾਡੀ ਸਿਹਤ ਲਈ ਚੰਗਾ, ਤੁਹਾਡੇ ਮਨ ਲਈ ਚੰਗਾ ਹੈ, ਤੁਹਾਡੇ ਤਨ ਲਈ ਚੰਗਾ ਹੈ, ਤੁਹਾਡੇ ਆਉਣ ਵਾਲੀ ਲਾਈਫ ਜ਼ਿੰਦਗੀ ਲਈ ਚੰਗਾ ਸੀ। ਸ਼ੁਕਰ ਆ ਨਹੀਂ ਮਿਲਿਆ। ਇੱਕ ਮੈਂ ਕਿਤਾਬ ਪੜ੍ਹ ਰਿਹਾ ਸੀ, ਬੜੀ ਪਿਆਰੀ ਆ। ਉਹਦਾ ਲੇਖਕ ਕਹਿੰਦਾ ਸ਼ੁਕਰ ਆ ਰੱਬ ਨੇ ਮੇਰੀਆਂ ਸਾਰੀਆਂ ਅਰਦਾਸਾਂ ਨਹੀਂ ਮੰਨੀਆਂ। ਸ਼ੁਕਰ ਆ ਕਿਉਂਕਿ ਅੱਜ ਤੋਂ 5 ਸਾਲ ਪਹਿਲਾਂ ਮੈਂ ਜੋ ਮੰਗਦਾ ਸੀ, ਸ਼ੁਕਰ ਆ ਮੈਨੂੰ ਨਹੀਂ ਦਿੱਤਾ। 2 ਸਾਲ ਪਹਿਲਾਂ ਮੈਂ ਮੰਗਦਾ ਸੀ, ਕਿਉਂਕਿ ਮੈਨੂੰ ਹੁਣ ਪਤਾ ਲੱਗਦਾ ਵੀ ਜੇ ਉਹ ਮੈਨੂੰ ਮਿਲ ਜਾਂਦਾ ਉਹ ਮੇਰੇ ਲਈ ਗਲਤ ਸੀ, ਉਹ ਮੇਰੇ ਲਈ ਸਹੀ ਨਹੀਂ ਸੀ। ਤਾਂ ਬੰਦੇ ਨੂੰ ਮੰਗਣਾ ਨਹੀਂ ਆਉਂਦਾ। ਕਈ ਵਾਰੀ ਅਸੀਂ ਕੁਝ ਮੰਗਿਆ, ਪਰਮਾਤਮਾ ਨੇ ਨਹੀਂ ਦਿੱਤਾ, ਤਾਂ ਸਮਝ ਲਓ ਤੁਹਾਡੇ ਲਈ ਸਹੀ ਆ, ਉਹ ਜਾਣਦਾ ਸਹੀ ਆ। ਅਸੀਂ ਹਉਮੈ 'ਚ ਆ ਕੇ ਕਹਿ ਦਿੰਦੇ ਹਾਂ ਅਗਿਆਨਤਾ 'ਚ, ਰੱਬ ਨੇ ਸਾਨੂੰ ਦਿੱਤਾ ਨਹੀਂ ਕੁਝ। ਸ਼ੁਕਰ ਕਰੋ ਰੱਬ ਨੇ ਸਾਡੀਆਂ ਸਾਰੀਆਂ ਅਰਦਾਸਾਂ ਨਹੀਂ ਮੰਨੀਆਂ। ਨਹੀਂ ਜ਼ਿੰਦਗੀ ਪਤਾ ਨਹੀਂ ਕਿੱਦਾਂ ਦੀ ਸਾਡੀ ਹੋਣੀ ਸੀ, ਕਿਉਂਕਿ ਸਾਨੂੰ ਮੰਗਣਾ ਨਹੀਂ ਆਉਂਦਾ। ਅੱਗੇ ਕਹਿੰਦੇ ਨੇ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਤੂੰ ਉਸ ਮਾਲਕ ਨੂੰ ਯਾਦ ਕਰ ਬੰਦਿਆ, ਹਿਰਦੇ ਦੇ ਵਿੱਚ ਚੇਤੇ ਕਰ ਉਹਨੂੰ ਸਦਾ ਹੀ ਵਿਸਾਰ ਨਾ, ਸਦਾ ਹੀ ਯਾਦ ਰੱਖ। ਉਹਨੂੰ ਚੇਤੇ ਕਰਨ ਦੇ ਨਾਲ ਹੀ ਸਾਰੇ ਸੁੱਖ ਤੇਰੀ ਝੋਲੀ 'ਚ ਪੈਣਗੇ। ਜਦੋਂ ਜਿਹੜੇ ਬੰਦੇ ਨੇ, ਮੰਨ ਲਓ ਇੱਦਾਂ ਵੱਧ ਸਮਝ ਜਾਓਗੇ ਤੁਸੀਂ, ਹੋਰ ਵੀ ਕਲੀਅਰ ਹੋ ਜੂ ਕਨਸੈਪਟ ਜਿਹੜਾ ਵੀ ਆ। ਮੰਨ ਲਓ ਇੱਕ ਬੰਦਾ ਰੱਬ ਨੂੰ ਚੇਤੇ ਕਰਦਾ ਸਾਰਾ ਦਿਨ, ਕੀ ਉਹ ਕਿਸੇ ਬਾਰੇ ਗਲਤ ਸੋਚੇਗਾ? ਕੀ ਉਹ ਕਿਸੇ ਬਾਰੇ ਈਰਖਾ ਕਰੇਗਾ? ਕੋਈ ਅੰਦਰ ਆਪਣੇ ਵਾਹਿਗੁਰੂ ਵਾਹਿਗੁਰੂ ਜਪਦਾ, ਮਨ ਦੀ ਗੱਲ ਕਰ ਰਿਹਾ, ਕੀ ਉਹ ਕਿਸੇ ਬਾਰੇ ਮਾੜਾ ਸੋਚੇਗਾ? ਨਾ, ਬਿਲਕੁਲ ਵੀ ਨਹੀਂ। ਜਿਹੜਾ ਬੰਦਾ ਬੰਦਗੀ ਨਹੀਂ ਕਰੇਗਾ, ਨਾਮ ਨਹੀਂ ਜਪੇਗਾ, ਉਹਨੇ ਦੂਜਿਆਂ ਬਾਰੇ ਸੋਚਣਾ ਹੀ ਸੋਚਣਾ। ਵਿਹਲਾ ਮਨ ਕਹਿੰਦੇ ਨੇ ਕਿ ਬੰਦੇ ਨੂੰ ਗਲਤ ਪਾਸੇ ਲੈ ਕੇ ਤੋਰਦਾ ਹੈ, ਸ਼ੈਤਾਨ ਦਾ ਘਰ ਹੁੰਦਾ ਹੈ। ਤਾਂ ਸ਼ੈਤਾਨ ਜਿਹੜਾ ਹੈ ਫਿਰ ਉਹ ਗਲਤ ਫੁਰਨੇ ਮਨ 'ਚ ਲੈ ਕੇ ਆਉਂਦਾ। ਜੇ ਅਸੀਂ ਉਹਨੂੰ ਚੇਤੇ ਕਰੀਏ ਤਾਂ ਅਸੀਂ ਕਦੇ ਵੀ ਚਿੰਤਾ ਨਹੀਂ ਕਰਾਂਗੇ। ਗੱਲ ਇਹ ਹੈ, ਪਰ ਬੰਦਾ ਮੰਨਦਾ ਨਹੀਂ, ਪਹਿਲਾਂ ਮੰਨਦਾ ਨਹੀਂ ਇਹਨਾਂ ਗੱਲਾਂ ਨੂੰ। ਗੁਰੂ ਸਾਹਿਬ ਜੀ ਜਾਂ ਫਕੀਰ ਪੀਰ ਜੋ ਵੀ ਕਹਿੰਦੇ ਨੇ, ਭਗਤ ਕਹਿੰਦੇ ਨੇ, ਭੱਟ ਸਾਹਿਬਾਨ ਕਹਿੰਦੇ ਨੇ, ਬੰਦਾ ਸੁਣਦਾ ਨਹੀਂ ਉਹਨਾਂ ਗੱਲਾਂ ਨੂੰ। ਭਗਤ ਫਰੀਦ ਜੀ ਕਹਿੰਦੇ ਨੇ, ਭਗਤ ਕਬੀਰ ਜੀ ਵੀ ਕਹਿੰਦੇ ਨੇ, ਜੋ ਸ਼ੈਤਾਨ ਵੰਝਾਇਆ ਸੇ ਕਿਤ ਫੇਰੈ ਚਿੱਤ। ਜਿਨ੍ਹਾਂ ਦੇ ਮਨ ਨੂੰ ਸ਼ੈਤਾਨ ਨੇ ਉਲਝਾ ਕੇ ਰੱਖਿਆ, ਉਹ ਕਿੱਦਾਂ ਵਾਹਿਗੁਰੂ ਦੀਆਂ ਗੱਲਾਂ ਸੁਣ ਸਕਦੇ ਨੇ? ਨਹੀਂ ਸੁਣ ਸਕਦੇ। ਅੱਗੇ ਹੈ ਪੰਗਤੀ, ਜਪ ਮਨ ਸਤਨਾਮ ਸਦਾ ਸਤਨਾਮ। ਬੰਦਿਆ ਤੂੰ ਸਤਨਾਮ ਜਪ, ਸਦਾ ਹੀ ਜਪ। ਸਵੇਰੇ ਜਪ, ਦੁਪਹਿਰੇ ਜਪ, ਸ਼ਾਮੀ ਜਪ, ਸੌਣ ਤੋਂ ਪਹਿਲਾਂ ਜਪ। ਇੱਕ ਸਾਖੀ ਬੜੀ ਪਿਆਰੀ ਆ, ਰਾਏ ਭੋਏ ਦੀ ਤਲਵੰਡੀ, ਜਿਹਦੇ ਵਿੱਚ ਨਾਮ ਬਦਲਿਆ, ਬਾਅਦ ਵਿੱਚ ਨਾਨਕ ਆਇਣਾ ਰੱਖਿਆ, ਫਿਰ ਬਦਲਿਆ ਨਾਮ, ਨਨਕਾਣਾ ਬਦਲਿਆ, ਫਿਰ ਬਦਲਿਆ ਨਨਕਾਣਾ ਸਾਹਿਬ ਰੱਖਿਆ। ਉਹ ਧਰਤੀ ਜਿਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੱਦਿਆ, ਆਵਾਜ਼ ਮਾਰੀ, ਉਹ ਧਰਤੀ ਦਾ ਟੁਕੜਾ ਨਨਕਾਣਾ ਸਾਹਿਬ। ਉੱਥੋਂ ਦੇ ਰਹਿਣ ਵਾਲੇ ਰਾਜੇ ਨਵਾਬ, ਨਾਮ ਸੀ ਉਹਨਾਂ ਦਾ ਰਾਏ ਬਲਾਰ, ਨਾਮ ਸੀ ਉਹਨਾਂ ਦਾ ਰਾਏ ਬਲਾਰ। ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ। ਗੁਰੂ ਨਾਨਕ ਨੂੰ ਪਛਾਣਨ ਵਾਲੇ ਪਹਿਲੇ ਸਿੱਖ ਰਾਏ ਬਲਾਰ ਨੇ। ਇਸਤਰੀਆਂ ਵਿੱਚੋਂ ਬੇਬੇ ਨਾਨਕੀ ਨੇ, ਬੀਬੀਆਂ ਵਿੱਚੋਂ ਬੇਬੇ ਨਾਨਕੀ ਨੇ, ਤੇ ਮਰਦਾਂ ਵਿੱਚੋਂ ਜੇ ਦੇਖਿਆ ਜਾਵੇ ਉਹ ਰਾਏ ਬਲਾਰ ਨੇ। ਤੇ ਉਹਨਾਂ ਕੋਲ ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ। ਕਹਿੰਦੇ ਜੀ ਰਾਏ ਬਲਾਰ ਜੀ, ਕੁਝ ਪੁੱਛਣਾ ਚਾਹੁੰਦੇ ਆ ਤੁਹਾਡੇ ਤੋਂ।
ਉਹ ਕਹਿਣ ਲੱਗੇ, ਹਾਂਜੀ ਪੁੱਛੋ ਜੀ। ਕਹਿੰਦੇ, ਦੱਸੋ ਤੁਸੀਂ ਵੀ ਇੱਥੇ ਰਹਿੰਦੇ ਸੀ, ਅਸੀਂ ਵੀ ਇਸੇ ਪਿੰਡ 'ਚ ਹੀ ਰਹਿੰਦੇ ਸੀ। ਥੋੜੇ ਸਮੇਂ ਦੀਆਂ ਗੱਲਾਂ। ਪਹਿਲਾਂ ਚਿਹਰੇ ਤੇ ਤੁਹਾਡੇ ਨੂਰ ਕੋਈ ਨਹੀਂ ਸੀ, ਪਹਿਲਾਂ ਚਿਹਰੇ ਤੇ ਆ ਰੰਗ ਕੋਈ ਨਹੀਂ ਸੀ। ਇੰਨਾ ਨੂਰ ਇੰਨੀ ਜਲਦੀ ਦਿੰਦਿਆਂ ਵੇਖਦਿਆਂ ਕਿਵੇਂ ਆ ਗਿਆ ਜੀ? ਰਾਏ ਬੁਲਾਰ ਜੀ ਨੂੰ ਪੁੱਛਦੇ ਨੇ। ਉਹ ਕਹਿਣ ਲੱਗੇ, ਤੁਹਾਡੇ ਵੀ ਆ ਸਕਦਾ ਇਹ। ਪੁੱਛਣ ਵਾਲੇ ਨੇ, ਕਿਵੇਂ? ਪਿੰਡ ਦੇ ਮੋਹਤਬਾਰ ਬੰਦੇ ਸੀ। ਰਾਏ ਬੁਲਾਰ ਜੀ ਕਿਵੇਂ ਆ ਗਿਆ? ਕਹਿੰਦੇ, ਸੁਣੋ ਫਿਰ ਕਿਵੇਂ ਆ ਗਿਆ। ਮੈਂ ਸੋ ਜਾऊं ਨਾਨਕ ਗੁਰੂ कहते कहते, खुले आंख मेरी गुरु गुरु कहते कहते, हबीब खुदा को खुदा जैसा समझा, खुदा मिल गया बस गुरु कहते कहते। मैं सो जाऊं नानक गुरु कहते कहते। सौण तो पहला बाबे नानक नूं याद करदा, गुरु नानक जी नूं याद करदा हाँ। ਜਦੋਂ ਅੱਖ ਖੁੱਲਦੀ ਆ ਮੇਰੀ ਸਵੇਰੇ ਤੇ ਮੈਨੂੰ ਗੁਰੂ ਨਾਨਕ ਜੀ ਸਾਹਮਣੇ ਹੁੰਦੇ, ਯਾਦ ਉਹਨਾਂ ਦੀ ਆਉਂਦੀ ਆ। ਹਬੀਬ ਏ ਖੁਦਾ, ਖੁਦਾ ਦੇ ਮਿੱਤਰ ਨੂੰ ਕਹਿੰਦੇ ਨੇ ਹਬੀਬ ਏ ਖੁਦਾ। ਹਬੀਬ ਦਾ ਅਰਥ ਮਿੱਤਰ। ਰੱਬ ਦੇ ਮਿੱਤਰਾਂ ਨੂੰ, ਅਵਤਾਰਾਂ ਨੂੰ, ਪੀਰਾਂ ਨੂੰ, ਫਕੀਰਾਂ ਨੂੰ, ਗੁਰੂਆਂ ਨੂੰ, ਗੁਰੂ ਨਾਨਕ ਨੂੰ ਮੈਂ ਰੱਬ ਮੰਨਿਆ ਹੈ। ਰੱਬ ਦੇ ਪਿਆਰਿਆਂ ਨੂੰ ਮੈਂ ਇਹ ਨਹੀਂ ਕਿ ਗੁਰੂ ਨੂੰ ਗੁਰੂ ਨਹੀਂ ਮੰਨਿਆ, ਗੁਰੂ ਨੂੰ ਰੱਬ ਮੰਨਿਆ। ਹਬੀਬ ਏ ਖੁਦਾ ਕੋ ਖੁਦਾ ਜੈਸਾ ਸਮਝਾ। ਗੁਰੂ ਨਾਨਕ ਨੂੰ ਮੈਂ ਰੱਬ ਮੰਨ ਕੇ ਪੂਜਿਆ ਹੈ। ਖੁਦਾ ਮਿਲ ਗਿਆ ਗੁਰੂ ਕਹਤੇ ਕਹਤੇ। ਤੇ ਇਹ ਨੂਰ ਮੇਰੇ ਐਵੇਂ ਆ ਗਿਆ ਹੈ, ਤੁਹਾਡੇ ਵੀ ਕਹਿੰਦੇ ਆ ਜਾਏਗਾ। ਬੰਦਾ ਸੌਣ ਤੋਂ ਪਹਿਲਾਂ 100 ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਸੌਂਦਾ ਹੈ। ਜਦੋਂ ਸਵੇਰੇ ਉੱਠਦਾ ਉਹ ਦੁੱਗਣੀਆਂ ਹੋਈਆਂ ਪਈਆਂ ਹੁੰਦੀਆਂ, ਰਾਤ ਨੂੰ ਉਹ ਵੱਧ ਜਾਂਦੀਆਂ ਨੇ। ਤੇ ਫਿਰ ਬੰਦਾ 200-300 ਤਰ੍ਹਾਂ ਦੇ ਸੋਗ ਲੈ ਕੇ ਉੱਠਦਾ ਹੈ। ਇੰਨਾ ਭਾਰ ਆ ਬੰਦੇ ਤੇ। ਜਿਹੜੀ ਚੀਜ਼ ਰਾਤ ਨੂੰ ਸੌਣ ਤੋਂ ਪਹਿਲਾਂ ਯਾਦ ਕਰਕੇ ਪਵੋਗੇ, ਸਵੇਰੇ ਅੱਖ ਖੁੱਲ੍ਹਦਿਆਂ ਸਾਰੇ ਤੁਹਾਡੇ ਅੱਗੇ ਹੋਵੇਗੀ। ਇਹ ਮਨੋਵਿਗਿਆਨਾਂ ਦਾ, ਇਹ ਉਹਨਾਂ ਦੀ ਖੋਜ ਆ, ਉਹਨਾਂ ਦੀ ਆਪਣੀ ਸਾਰਿਆਂ ਨੇ ਇਹ ਆਖਿਆ। ਮਨ ਦੀ ਪੜ੍ਹਾਈ ਜਿਨ੍ਹਾਂ ਕੀਤੀ ਹੈ ਕਿ ਇਹ ਮਨ ਤੇ ਲਾਗੂ ਹੁੰਦਾ। ਰਾਤ ਨੂੰ ਜਿਹੜੀ ਚੀਜ਼ ਤੁਸੀਂ ਕਰਕੇ ਪਾਓਗੇ ਸਵੇਰੇ ਸਾਹਮਣੇ ਹੋਊਗੀ। ਤਾਂ ਗੁਰੂ ਸਾਹਿਬ ਜੀ ਕਹਿੰਦੇ, ਰਾਤ ਨੂੰ ਕੀ ਕਰੋ? ਜਪ ਮਨ ਸਤਨਾਮ ਸਦਾ ਸਤਨਾਮ। ਸੌਣ ਤੋਂ ਪਹਿਲਾਂ ਤਾਂ ਗੁਰੂ ਨੂੰ ਯਾਦ ਕਰਕੇ ਪਾਓ। ਸਵੇਰੇ ਜਦੋਂ ਅੱਖ ਖੁੱਲੇਗੀ ਗੁਰੂ ਦੀ ਯਾਦ ਆਪੇ ਹੀ ਆਵੇਗੀ। ਤਾਂ ਕਿਹਾ ਜਾਂਦਾ ਰਾਤ ਨੂੰ ਗੁਰੂ ਸਾਹਿਬ ਜੀ ਨੂੰ ਜਾਂ ਕੀਰਤਨ ਸੋਹਿਲਾ ਦਾ ਪਾਠ ਕਰਕੇ ਪਾਓ। ਜੇ ਤੁਸੀਂ ਬਾਣੀ ਨਹੀਂ ਪੜ੍ਹ ਸਕਦੇ, ਸਤਨਾਮ ਸਤਨਾਮ ਜਪ ਲਓ। ਜੇ ਬਾਣੀ ਵੀ ਨਹੀਂ ਜਪ ਸਕਦੇ, ਸਤਨਾਮ ਵੀ ਨਹੀਂ ਕਹਿਣਾ, ਤਾਂ ਗੁਰਮੁਖਾਂ ਨੂੰ ਸੁਣਦੇ ਸੌਂ ਜਾਓ। ਇਹ ਵੀ ਇੱਕ ਗੱਲ ਆ। ਕੁਝ ਵੀ ਨਾ ਕਰੋ, ਬਸ ਸੁਣਦੇ ਵਾਹਿਗੁਰੂ ਦਾ ਕੋਈ ਜਾਪ ਕਰ ਰਿਹਾ, ਤੇ ਉਹ ਬੜੇ ਹੀ ਸਰੋਤ ਆ ਸਾਡੇ ਕੋਲੇ ਹੁਣ ਇੰਟਰਨੈਟ ਤੇ, ਉਹ ਸੁਣਦੇ ਸੌਂ ਜਾਓ। ਤੇ ਉਹ ਨੀਂਦ ਵਿੱਚ ਅਲੱਗ ਹੀ ਕਿਸਮ ਦਾ ਰਸ ਹੋਵੇਗਾ। ਤੁਸੀਂ ਕਹੋਗੇ ਨੀਂਦ 'ਚ ਵੀ ਰਸ ਹੁੰਦਾ? ਬਿਲਕੁਲ ਹੁੰਦਾ। ਸਹਿਜੇ ਜਾਗੇ ਸਹਿਜੇ ਸੋਵੇ। ਕਈਆਂ ਦੀ ਨੀਂਦ ਸਹਿਜ ਹੁੰਦੀ ਆ, ਕਈ ਸੁੱਤੇ ਪਏ ਵੀ ਇਉਂ ਲੱਗਣਗੇ ਵੀ ਹੁਣੇ ਵੀ ਇੱਦਾਂ ਉੱਠੇ ਤੇ ਭੜਥੂ ਪਾ ਦੇਣਾ ਇਹਨਾਂ ਨੇ। ਕਈਆਂ ਦਾ ਜਾਗਣਾ ਵੀ ਸਹਿਜ ਆ, ਕਈਆਂ ਦਾ ਸੌਣਾ ਵੀ ਸਹਿਜ ਨਹੀਂ ਹੈ। ਤਾਂ ਇਸ ਕਰਕੇ ਹਾਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਨਿਤ ਧਿਆਈਐ, ਨਿਤ ਦੇ ਅਰਥ ਰੋਜ਼ ਹੀ, ਅਨ ਦਿਨ ਹੀ, ਹਰ ਰੋਜ਼ ਡੇਲੀ ਰੂਟੀਨ ਦੇ ਵਿੱਚ ਉਹਨੂੰ ਯਾਦ ਕਰੋ। ਉਸ ਕਰਤੇ ਨੂੰ ਜਿਹਨੇ ਸਾਰਾ ਕੁਝ ਸਾਜਿਆ ਹੈ, ਜਿਹਨੇ ਆਹ ਅਸਮਾਨ ਬਣਾਇਆ ਬਿਨਾਂ ਥੰਮਲਿਆਂ ਤੋਂ। ਇੱਕ ਕੋਈ ਪਲਾਟ ਹੋਵੇ, ਉਹਦੇ ਉੱਪਰ ਮਕਾਨ ਬਣਾਉਣਾ ਹੋਵੇ, ਸਪੋਰਟਾਂ ਤੋਂ ਬਿਨਾਂ ਨਹੀਂ ਖੜਦਾ। ਬੰਦਾ ਫੋਨ ਹੀ ਕਰੀ ਜਾਂਦਾ, ਰੇਤਾ ਵਾਲੇ ਨੂੰ ਰੇਤਾ ਨਹੀਂ ਅਜੇ ਆਇਆ, ਬੰਦਾ ਫੋਨ ਹੀ ਲਾਈ ਜਾਂਦਾ। ਬਜਰੀ ਵਾਲੇ ਨੂੰ ਬਜਰੀ ਨਹੀਂ ਅਜੇ ਭੇਜੀ, ਭਾਈ ਲੇਟ ਕਰ ਦੇਣਾ ਕੰਮ। ਉਹ ਕਦੇ ਕਾਰੀਗਰ ਇਕੱਠੇ ਕਰਦਾ। ਉਹ ਮਾਲਕ ਇਤਨਾ ਚਿੱਤਰਕਾਰ ਹੈ, ਏਡਾ ਵੱਡਾ ਕਾਰੀਗਰ ਆ, ਕਿਸੇ ਨਾਲ ਕੋਈ ਸਲਾਹ ਨਹੀਂ ਕੀਤੀ ਤੇ ਸਭ ਬਣਾਇਆ ਬਿਨਾਂ ਸਪੋਰਟਾਂ ਤੋਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ।
ਇਹ ਸਾਰਾ ਕੁਝ ਸਾਜਿਆ। ਹੈਰਾਨੀ ਵਾਲੀ ਗੱਲ ਤਾਂ ਇਹ ਆ ਵੀ ਥੰਮਲਿਆਂ ਤੋਂ ਬਿਨਾਂ ਅਸਮਾਨ ਕਿਵੇਂ ਖੜਾਤਾ। ਹੈਰਾਨੀ ਵਾਲੀ ਗੱਲ ਤਾਂ ਇਹ ਆ, ਬੰਦਾ ਟਿਕਣ ਹੀ ਨਹੀਂ ਦਿੰਦਾ। ਬੱਜਰੀ ਵਾਲੇ ਨੂੰ ਫੋਨ, ਕਿਸੇ ਨੂੰ ਫੋਨ, ਇਦਾਂ ਅਸੀਂ ਕਰਦੇ ਹਾਂ। ਭਾਵ ਕਿੰਨੀ ਭੱਜ ਦੌੜ ਹੁੰਦੀ ਆ। ਉਹ ਮਕਾਨ ਕਿੱਡਾ ਕੁ ਹੁੰਦਾ, ਛੋਟਾ ਜਿਹਾ ਹੁੰਦਾ, ਤਾਂ ਬੰਦਾ ਉਹਦੇ ਸਾਹਮਣੇ ਨਾ ਚੀਜ਼ ਹੈ। ਉਹਦੇ ਚੇਤਿਆਂ ਚੋਂ ਡਿੱਗੀ ਹੋਈ ਕੋਈ ਛੋਟੀ ਜੀ ਚੀਜ਼ ਆ ਬੰਦਾ, ਹੋਰ ਕੱਖ ਵੀ ਨਹੀਂ। ਮੰਨੀ ਫਿਰਦਾ ਆਪਦੇ ਆਪ ਨੂੰ ਬਹੁਤ ਵੱਡਾ, ਬਹੁਤ ਵੱਡਾ। ਕਬੀਰ ਸਾਹਿਬ ਜੀ ਕਹਿੰਦੇ ਮੈਂ ਹੈਰਾਨ ਹੋ ਜਾਨਾ ਕਬੀਰ ਗਰਭ ਨ ਕੀਜੀ ਹੈ। ਬੜੀ ਸੋਹਣੀ ਗੱਲ ਆ, ਬਹੁਤ ਸੋਹਣਾ ਵਾਕ ਆ ਇਹਨਾਂ ਦਾ। ਇਹ ਉਹਦੇ ਬੰਦੇ ਨੇ ਨਾ, ਤਾਂ ਇੰਨੇ ਸੋਹਣੇ ਨੇ, ਤਾਂ ਇਹਨਾਂ ਦੇ ਵਾਕ ਸੋਹਣੇ ਨੇ। ਕਹਿੰਦੇ ਬੰਦਾ ਆਪਦੀ ਸਰੀਰ ਦੇਹ ਨੂੰ ਦੇਖ ਕੇ ਹੰਕਾਰ ਕਰੀ ਜਾਂਦਾ। ਕਬੀਰ ਗਰਭ ਨ ਕੀਜੀ ਹੈ ਦੇਹੀ ਦੇਖ ਸੁਰੰਗ। ਕਹਿੰਦਾ ਮੈਂ ਇੰਨਾ ਸੋਹਣਾ, ਮੇਰੀ ਕਿੰਨੀ ਸਿਆਣਪ। ਸੁੰਦਰਤਾ ਤੇ ਸਿਆਣਪ ਤਾਂ ਕਹਿੰਦੇ ਜੀ ਭੁਲੇਖੇ ਹੀ ਹੁੰਦੇ ਆ ਬੰਦੇ ਦੇ। ਅੱਗੇ ਚੱਲਦੇ ਨੇ, ਕਹਿੰਦੇ ਕਿਵੇਂ ਭਗਤ ਕਬੀਰ ਜੀ ਕਿਵੇਂ? ਕਹਿੰਦੇ ਆਜ ਕਾਲ ਤਜ ਜਾਹੋਗੇ। ਅੱਜ ਨਹੀਂ ਤਾਂ ਕੱਲ ਛੱਡ ਜੋਗੇ। ਕੀ ਛੱਡ ਜੋਗੇ? ਆਤਮਾ ਸਰੀਰ ਨੂੰ ਛੱਡ ਜੇਗੀ। ਕਿਵੇਂ ਛੱਡ ਜੇਗੀ? ਜਿਉਂ ਕਾਂਚੁਰੀ ਭੁਜੰਗ। ਕਾਂਚੁਰੀ ਦੇ ਅਰਥ ਆ ਕੁੰਜ, ਕੰਜ ਵੀ ਕਹਿ ਦਿੰਦੇ ਆਪਾਂ, ਸਹੀ ਉਹਨੂੰ ਕੁੰਜ ਨਾਮ ਆ, ਆਪਾਂ ਕਹਿੰਦੇ ਕੰਜ। ਭੁਜੰਗ ਦੇ ਅਰਥ ਆ ਸੱਪ। ਜਿਵੇਂ ਸੱਪ ਕੁੰਜ ਛੱਡ ਜਾਂਦਾ, ਆਪਣੀ ਲਾਹ ਦਿੰਦਾ, ਇੱਕ ਦਿਨ ਆਤਮਾ ਸਰੀਰ ਨੂੰ ਛੱਡ ਕੇ ਚਲੀ ਜਾਂਦੀ ਆ। ਬੰਦਿਆ ਤੈਨੂੰ ਕਾਹਦਾ ਹੰਕਾਰ ਹੋ ਗਿਆ? ਇਹ ਸਭ ਨਹੀਂ ਰਹੇਗਾ। ਵੱਡੇ ਵੱਡੇ ਅਸੀਂ ਢਹਿੰਦੇ ਵੇਖੇ। ਇੱਕ ਸ਼ਾਇਰ ਬੜਾ ਸੋਹਣਾ ਕਹਿੰਦਾ, ਸੰਤ ਨੇ, ਸ਼ਾਇਰ ਸੰਤ ਨੇ, ਵੱਡੇ ਅਸੀਂ ਢਹਿੰਦੇ ਦੇਖੇ ਜੋਰਾ ਵਰ ਸੁਥ ਲਾਣੇ। ਕਹਿੰਦੇ ਵੱਡੇ ਮੈਂ ਢਹਿੰਦੇ ਵੇਖੇ ਆ, ਜਿਹੜੇ ਕਹਿੰਦੇ ਸਾਡੇ 'ਚ ਬੜਾ ਜ਼ੋਰ ਆ। ਵੱਡੇ ਬਲੀ, ਵੱਡੇ ਅਸੀਂ ਢਹਿੰਦੇ ਦੇਖੇ ਜੋਰਾ ਵਰ ਸੁਥ ਰਾਣੇ। ਬੇਵਕੂਫਾਂ ਦੇ ਨੌਕਰ ਬਣਦੇ ਦਾਨ ਸੰਬੰਧ ਸਿਆਣੇ। ਕਈ ਇੰਨੇ ਸਿਆਣੇ ਬੰਦੇ ਆ, ਉਹਨਾਂ ਨੂੰ ਮਾਲਕ ਕਈਆਂ ਦੇ ਥੱਲੇ ਲਾ ਕੇ ਰੱਖਦਾ। ਮਾਲਕ ਉਹਨਾਂ ਸਿਆਣਾ ਨਹੀਂ, ਨੌਕਰ ਬਾਹਲੇ ਸਿਆਣੇ ਹੁੰਦੇ ਆ। ਕਈ ਐਸੇ ਘਰਾਂ ਵਿੱਚ ਦੇਖਣ ਨੂੰ ਮਿਲਦਾ। ਇਹ ਉਹਦੀ ਰਜਾ ਹੈ। ਵੱਡੇ ਅਸੀਂ ਢਹਿੰਦੇ ਦੇਖੇ ਜੋਰਾ ਵਰ ਸੁਥ ਲਾਣੇ। ਬੇਵਕੂਫਾਂ ਦੇ ਨੌਕਰ ਬਣਦੇ ਦਾਨ ਸੰਬੰਧ ਸਿਆਣੇ। ਚਤਰ ਚਲਾਕ ਬੰਦੇ ਜਿਹੜੇ ਨੇ, ਕਈ ਵਾਰ ਉਹਨਾਂ ਨੂੰ ਚਾਕਰੀ ਕਰਨੀ ਪੈ ਜਾਂਦੀ ਹੈ ਬਾਹਲੇ ਸਿਆਣਿਆਂ ਨੂੰ। ਉੱਚੇ ਟਿੱਬੇ ਸ਼ੇਰਾਂ ਮੱਲੇ, ਥਲ ਮੱਲੇ ਮੁਰਗਾਈਆਂ, ਚਾਰਾਂ ਨੁਕਰਾਂ ਮੌਤ ਨੇ ਮੱਲੀਆਂ। ਫਜ਼ਲ ਕਰੀ ਰੱਬ ਸਾਈਂ। ਫਜ਼ਲ ਕਹਿੰਦੇ ਆ ਕਿਰਪਾ ਨੂੰ, ਉਹਦੀ ਮਿਹਰ ਨੂੰ। ਸਾਈਂ ਜੀ ਮਿਹਰਾਂ ਕਰਿਓ। ਚਾਰੇ ਕੋਨੇ ਮਲੱਕੇ ਨੇ ਮੌਤ ਨੇ, ਚਾਰਾਂ ਨੁਕਰਾਂ ਮੌਤ ਨੇ ਮੱਲੀਆਂ। ਇਹ ਛੱਡੇਗੀ ਨਹੀਂ, ਇਹ ਆ ਕੇ ਢਾ ਲਵੇਗੀ ਫਰੀਦਾ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਇਹ ਛੱਡਣ ਵਾਲੀ ਨਹੀਂ। ਦਰਵਾਜ਼ੇ ਬੰਦ ਕਰ ਲਓ ਤੁਸੀਂ, ਇਹਨੇ ਭੰਨ ਕੇ ਆ ਹੀ ਜਾਣਾ। ਇਦਾਂ ਦੀ ਆ। ਤਾਂ ਉਹ ਕੰਮ ਕਰੋ ਜਿਹੜੇ ਰੱਬ ਨੂੰ ਚੰਗੇ ਲੱਗਦੇ ਨੇ। ਉਹ ਕਿਹੜਾ ਕੰਮ ਆ? ਯਾਦ ਕਰੋ, ਚੇਤੇ ਕਰੋ। ਕਿਹਨੂੰ ਜੀ? ਇਹਨੂੰ ਭੁੱਲ ਗਏ ਆ। ਖਾਣਾ ਭੁੱਲ ਗਏ ਆ ਨਾ ਜੀ। ਹੱਸਣਾ ਭੁੱਲ ਗਏ ਆ। ਪਾਰਟੀ ਕਰਨੀ ਭੁੱਲ ਗਏ ਦੋਸਤਾਂ ਨਾਲ ਨਾ ਜੀ। ਕੀ ਸੌਣਾ ਭੁੱਲ ਗਏ ਆ ਨਾ ਜੀ। ਕੀ ਭੁੱਲ ਗਏ? ਮਰਨਾ ਭੁੱਲ ਗਏ। ਮੌਤ ਨੂੰ ਚੇਤੇ ਕਰੋ। ਹੋਰ ਕੀ ਭੁੱਲ ਗਏ? ਨਾਮ ਨੂੰ ਭੁੱਲ ਗਏ। ਕਿਹਦੇ ਨਾਮ ਨੂੰ? ਵਾਹਿਗੁਰੂ ਦੇ ਨਾਮ ਨੂੰ। ਉਹਨੂੰ ਚੇਤੇ ਕਰੋ। ਜਹ ਹਰ ਸਿਮਰਨ ਭਇਆ ਤੇ ਉਪਾਦਗਤ ਕੀਨੀ। ਵੱਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰੇ ਮਤ ਦੀਨੀ। ਜਪ ਹਰ ਭਵਜਲ ਤਰਨਾ। ਜਿਹਦੇ ਕੋਲ ਸਿਮਰਨ ਆ ਉਹਦੇ ਕੋਲ ਸਭ ਆ। ਜਿਹਨੂੰ ਅਰਦਾਸ ਕਰਨੀ ਆਉਂਦੀ ਆ ਨਾ, ਤੇ ਉਹਦੇ ਕੋਲੇ ਤਾਂ ਭਾਈ ਸਭ ਚੀਜ਼ਾਂ ਹੀ ਨੇ। ਜਿਹਨੂੰ ਅਰਦਾਸ ਕਰਨੀ ਆਉਂਦੀ ਆ ਗੁਰੂ ਅੱਗੇ ਖੜ ਕੇ ਸੱਚੇ ਦਿਲੋਂ, ਉਹ ਵੱਡੇ ਭਾਗਾਂ ਵਾਲੇ ਨੇ। ਉਹਨਾਂ ਦੀ ਉਪਾਦ ਗਤੀ ਹੁੰਦੀ ਆ। ਗੁਰੂ ਸਾਹਿਬ ਜੀ ਕਹਿੰਦੇ, ਗੁਰੂ ਰਾਮਦਾਸ ਜੀ, ਗੁਰੂ ਨਾਨਕ ਜੀ, ਮੈਂ ਇਹੀ ਸਿੱਖਿਆ ਤੇ ਜਪੇ ਤੋਂ ਬਿਨਾ, ਤੁਹਾਨੂੰ ਯਾਦ ਕੀਤੇ ਬਿਨਾ ਤਰਿਆ ਨਹੀਂ ਜਾਂਦਾ। ਅਰਦਾਸ ਬਿਨਾ ਬੰਦਗੀ ਨਹੀਂ ਹੁੰਦੀ। ਬੰਦਗੀ ਬਿਨਾ ਤਰਨਾ ਨਹੀਂ ਹੁੰਦਾ। ਤਰਨ ਤੋਂ ਬਿਨਾ ਜੀਵਨ ਮੁਕਤ ਨਹੀਂ ਹੁੰਦਾ। ਜੀਵਨ ਮੁਕਤ ਹੋਏ ਤੋਂ ਬਿਨਾ ਚੱਕਰ ਚੱਲਦਾ ਹੀ ਰਹਿੰਦਾ। ਮਰ ਜੰਮੈ ਫਿਰ ਮਰੈ ਫਿਰ ਜੰਮੈ।
ਬਹੁਤ ਸਜਾ ਪਿਆ ਦੇਸ਼ ਲੰਮੇ। ਇਹ ਸਿਲਸਿਲਾ ਮੁੱਕਦਾ ਨਹੀਂ। ਤਾਂ ਅਰਦਾਸ ਸਿੱਖ ਦੇ ਵਿੱਚ ਜਿਹੜੀ ਹੁਣ ਕਰਨ ਦੀ ਇਹ ਸਮਰੱਥਾ ਗੁਰੂ ਮਾਲਕ ਜਦੋਂ ਬਖਸ਼ਦਾ ਤੇ ਉਦੋਂ ਉਹਨੂੰ ਆਉਂਦੀ ਆ ਕਰਨੀ, ਫਿਰ ਉਹ ਪੂਰੀ ਵੀ ਹੁੰਦੀ ਆ। ਇਤਿਹਾਸ ਦੀ ਇਹ ਕਿਤਨੀ ਸੋਹਣੀ ਘਟਨਾ ਹੈ ਨਾ। ਤੇ ਇਹ ਗੱਲਾਂ ਆਪਾਂ ਤਾਂ ਸਾਂਝੀਆਂ ਕਰਦੇ ਹੁੰਦੇ ਆ ਕਿ ਸਾਨੂੰ ਸਮਝ ਆਵੇ ਵੀ ਸਿੱਖ ਕਿਹੋ ਜਿਹੇ ਸੀ, ਅਸੀਂ ਕਿੱਦਾਂ ਦੇ ਹਾਂ ਤੇ ਸਿੱਖ ਕਿੱਦਾਂ ਦੇ ਸੀ। ਤੇ ਇਹ ਸੰਨ 1817 ਦੀ ਗੱਲ ਆ। ਭੰਗੀ ਮਿਸਲ ਦੇ ਇੱਕ ਨਾ ਸਰਦਾਰ ਸੀ, ਪੂਰੇ ਧਿਆਨ ਦੇ ਨਾਲ ਸੁਣਿਓ, ਸੌਦਾ ਬੜਾ ਮਹਿੰਗਾ ਹੈ, ਸਾਡਾ ਇਤਿਹਾਸ ਹੀ ਬੜਾ ਮਹਿੰਗਾ। ਉਹਨਾਂ ਦਾ ਨਾਮ ਸੀ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ। ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ 1801 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਿਲੇ। 1817 ਤੱਕ ਇੰਨੇ ਜ਼ਿਆਦਾ ਸਿਆਣੇ ਤੇ ਹਥਿਆਰ ਚਲਾਉਣ 'ਚ ਮਾਹਰ ਸੀ, ਪੂਰੀਆਂ ਜੰਗਾਂ ਵਿੱਚ ਸ਼ੇਰੇ ਪੰਜਾਬ ਦਾ ਇਹਨਾਂ ਸਾਥ ਦਿੱਤਾ। ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਦੀ ਕਿਤਾਬ ਆ, ਉਹਦੇ ਵਿੱਚ ਇਹ ਘਟਨਾ ਲਿਖੀ ਹੈ, ਜੇ ਤੁਸੀਂ ਪੜ੍ਹਨੀ ਹੋਵੇ। ਉਹਨਾਂ ਦੀ ਇੱਕ ਕਿਤਾਬ ਹੈ ਸਰਦਾਰ ਹਰੀ ਸਿੰਘ ਨਲੂਆ, ਉਹਦੇ ਵਿੱਚ ਇੱਕ ਘਟਨਾ ਲਿਖੀ ਹੈ। ਇਹ 1801 ਤੋਂ 1817 ਤੱਕ ਸ਼ੇਰੇ ਪੰਜਾਬ ਦੇ ਨਾਲ ਰਹੇ। 1817 ਦੇ ਵਿੱਚ ਮਹਾਰਾਜਾ ਜੀ ਬਿਮਾਰ ਹੋ ਗਏ, ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਨੂੰ ਸਾਡੀ ਬੜੀ ਫਿਕਰ ਸੀ। ਕਹਿੰਦੇ ਉਹ ਇਕੱਲੇ ਨਹੀਂ ਗਏ ਤੇ ਸਿੱਖ ਕੌਮ ਦੀ ਤਕਦੀਰ ਵੀ ਉਹਨਾਂ ਦੇ ਨਾਲ ਹੀ ਚਲੀ ਗਈ। ਉਦੋਂ ਬਾਅਦ ਅਸੀਂ ਇੱਕ ਨਹੀਂ ਹੋ ਸਕੇ। ਜਦੋਂ ਦੇ ਸ਼ੇਰੇ ਪੰਜਾਬ ਗਏ ਉਦੋਂ ਬਾਅਦ ਉਹ ਗੱਲ ਹੀ ਨਹੀਂ ਬਣੀ। ਉਹ ਕੁੱਟ ਕੇ ਵੀ ਇਕੱਠੇ ਕਰਦੇ ਰਹੇ, ਨਿਸ਼ਾਨ ਸਾਹਿਬ ਥੱਲੇ ਵੀ ਆਓ, ਉਹਨਾਂ 'ਚ ਸੀ ਉਹ ਮਾਲਕ ਵੱਲੋਂ ਉਹਨਾਂ ਨੂੰ ਬਖਸ਼ੀਆਂ ਹੋਈਆਂ ਦਾਤਾਂ। ਤੇ ਉਹ ਜਦੋਂ 1817 'ਚ ਇੰਨੇ ਬਿਮਾਰ ਹੋ ਗਏ ਤੇ ਵੈਦਾਂ ਨੇ ਜਵਾਬ ਦਿੱਤਾ, ਕਹਿੰਦੇ ਸ਼ੇਰੇ ਪੰਜਾਬ ਨਹੀਂ ਬਚਣਗੇ। ਪੂਰਾ ਜ਼ੋਰ ਲਾਇਆ, ਵੈਦ ਕਹਿ ਹੋ ਹੀ ਭਲਾ, ਦਾਰੂ ਮੇਰੇ ਵਸ ਕਬੀਰ। ਕਬੀਰ ਸਾਹਿਬ ਜੀ ਕਹਿੰਦੇ ਡਾਕਟਰ ਪਤਾ ਕੀ ਕਹੂਗਾ, ਆਹ ਬੰਦੇ ਨੂੰ ਮੈਂ ਬਚਾ ਲੂੰਗਾ, ਆਹ ਬੰਦਾ ਮੈਥੋਂ ਨਹੀਂ ਬਚਣਾ। ਇਹ ਹੁਣ ਮੇਰੇ ਹੱਥ ਖੜੇ ਆ। ਜਿਹੜੇ ਬੰਦੇ ਨੂੰ ਵੈਦ ਬਚਾ ਲੈਂਦਾ ਉਹ ਤਾਂ ਹੀ ਬਚਾ ਲੈਂਦਾ, ਰੱਬ ਚਾਹੁੰਦਾ ਹੁੰਦਾ ਵੀ ਬਚ ਜੇ। ਜਿਹੜੇ ਬੰਦੇ ਨੂੰ ਡਾਕਟਰ ਨਹੀਂ ਚਾਹੁੰਦਾ ਨਾ, ਤੇ ਉਹ ਕਹਿੰਦਾ ਵੀ ਮੈਂ ਨਹੀਂ ਬਚਾ ਸਕਦਾ, ਉਹ ਹੱਥ ਖੜੇ ਕਰ ਦਿੰਦਾ, ਉਹ ਰੱਬ ਹੀ ਨਹੀਂ ਚਾਹੁੰਦਾ ਹੁੰਦਾ। ਤਾਂ ਉਦੋਂ ਹਕੀਮਾਂ ਦੇ ਹੱਥ ਖੜੇ ਹੋ ਗਏ। ਹੱਥ ਖੜੇ ਹੋਣ ਦਾ ਮਤਲਬ ਕਹਿੰਦੇ ਨਹੀਂ ਜੀ ਅਸੀਂ ਵਾਹ ਲਾੜੀ ਸ਼ੇਰੇ ਪੰਜਾਬ ਨੂੰ, ਇਹੋ ਜਿਹੀ ਬਿਮਾਰੀ ਆ, ਹੁਣ ਨਹੀਂ ਅਸੀਂ ਬਚਾ ਨਹੀਂ ਸਕਦੇ। ਇਹ ਜਿਹੜੇ ਸਨ ਸਰਦਾਰ ਨਿਹਾਲ ਸਿੰਘ ਜੀ, ਤੇ ਉਦੋਂ ਇੱਕ ਇਹਨਾਂ ਦਾ ਰੂਮ ਬਣਾਇਆ ਸੀ, ਕਮਰਾ ਸੀ ਬੜਾ ਸੋਹਣਾ ਸੁੰਦਰ, ਉੱਚਾ ਸੀ ਚੁਬਾਰੇ ਤੇ। ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ। ਸ਼ੇਰੇ ਪੰਜਾਬ ਜੀ ਹੁਕਮਨਾਮਾ ਲੈਂਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਗੀ ਰੱਖੀ ਸੀ, ਉਹਨੂੰ ਅੱਖਾਂ ਦੇ ਨਾਲ ਆਪਦੇ ਮੱਥੇ ਨਾਲ ਲਾ ਕੇ ਕੰਮ ਸ਼ੁਰੂ ਕਰਦੇ ਸੀ ਦਿਨ ਦਾ। ਉੱਥੇ ਗਏ ਸਰਦਾਰ ਨਿਹਾਲ ਸਿੰਘ ਜੀ, ਅਰਦਾਸ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜ ਕੇ, ਕਹਿਣ ਲੱਗੇ ਹੇ ਗੁਰੂ ਸ਼ੇਰੇ ਪੰਜਾਬ ਦੀ ਬੜੀ ਲੋੜ ਆ, ਖਾਲਸਾ ਰਾਜ ਸਥਾਪਿਤ ਕਰਨਾ, ਬੜੇ ਕੰਮ ਪਏ ਨੇ ਮਾਲਕਾ, ਰਹਿਮਤਾਂ ਕਰ, ਠੀਕ ਕਰ ਦੋ। ਉਹਨਾਂ ਦੇ ਬਦਲੇ ਮੇਰੀ ਜਾਨ ਲੈ ਲਓ, ਭਾਵ ਮੇਰੀ ਉਮਰ ਉਹਨਾਂ ਨੂੰ ਲੱਗ ਜਾਵੇ, ਉਹਨਾਂ ਵਾਲਾ ਰੋਗ ਮੈਨੂੰ ਲੱਗ ਜਾਵੇ, ਮੇਰੀ ਜਿਹੜੀ ਉਮਰ ਆ ਉਹ ਉਹਨਾਂ ਨੂੰ ਲੱਗ ਜਾਵੇ। ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ। 1817 ਦੀ ਇਹ ਗੱਲ ਆ। ਉਦੋਂ ਬਾਅਦ ਅਰਦਾਸ ਕਰਕੇ ਜਿੱਥੇ ਮਹਾਰਾਜਾ ਜੀ ਪਲੰਘ ਤੇ ਲੇਟੇ ਸੀ ਤੇ ਪਰਿਕਰਮਾ ਕੀਤੀ ਤੇ ਅਰਦਾਸ ਪੂਰੀ ਹੋਈ। ਉਹ ਰੋਗ ਉਹੀ ਰੋਗ ਹੂਬਹੂ ਤੇ ਸਰਦਾਰ ਨਿਹਾਲ ਸਿੰਘ ਜੀ ਭੰਗੀ ਮਿਸਲ ਦੇ ਸਰਦਾਰ ਅਟਾਰੀ ਵਾਲੇ, ਉਹਨਾਂ ਨੂੰ ਲੱਗ ਗਿਆ। ਸ਼ੇਰੇ ਪੰਜਾਬ ਠੀਕ ਹੋ ਗਏ ਤੇ ਉਹਨਾਂ ਦੀ ਮੌਤ ਹੋ ਗਈ। ਮਤਲਬ ਕਹਿਣ ਦਾ ਭਾਵ ਉਹਨਾਂ ਦਾ ਇੱਕ ਭਰੋਸਾ ਸੀ ਪਿਆਰਿਓ, ਜਦੋਂ ਭਰੋਸਾ ਹੋਊਗਾ ਅਰਦਾਸ ਜ਼ਰੂਰ ਪੂਰੀ ਹੋਵੇਗੀ। ਤੇ ਉਹਨਾਂ ਦੀ ਉਮਰ ਉਹਨਾਂ ਨੂੰ ਲੱਗ ਗਈ। ਉਹ ਕੀ ਚਾਹਿਆ ਉਹਨਾਂ ਨੇ ਕਿ ਸ਼ੇਰੇ ਪੰਜਾਬ ਦੀ ਲੋੜ ਆ, ਮਹਾਰਾਜਾ ਰਣਜੀਤ ਸਿੰਘ ਦੀ ਲੋੜ ਆ, ਪਰਜਾ ਨੂੰ ਲੋੜ ਆ ਭਾਈ, ਜੇ ਮੈਂ ਨਾ ਰਿਹਾ ਤਾਂ ਕੁਝ ਵੀ ਨਹੀਂ। ਭਾਵੇਂ ਉਹ ਜੰਗ ਵਿੱਚ ਮਾਹਰ ਸੀ ਪਰ ਉਹਨਾਂ ਦੀ ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਸੰਪੂਰਨ ਹੋਈ। ਇਹ ਸਾਡੀ ਉਮਤ ਸੀ, ਅਸੀਂ ਇਹਨਾਂ ਦੀ ਉਮਤ ਆ। ਇਹ ਆਪਾਂ ਇਹਨਾਂ ਨਾਲ ਜੁੜੇ ਆ, ਉਹ ਇਤਿਹਾਸ ਸਾਡੇ ਨਾਲ ਜੁੜਿਆ। ਅਸੀਂ ਕਿਉਂ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ?
ਤਾਂ ਅਰਦਾਸ ਜਿਹੜੀ ਆ ਨਾ ਪਿਆਰਿਓ, ਅਰਦਾਸ ਵਿੱਚ ਬੜੀ ਸ਼ਕਤੀ ਹੁੰਦੀ ਆ, ਬੜੀ ਸ਼ਕਤੀ ਹੁੰਦੀ ਆ। ਗੁਰੂ ਅੱਗੇ ਹੁਕਮ ਨਹੀਂ ਚੱਲਦਾ, ਗੁਰੂ ਅੱਗੇ ਅਰਦਾਸ ਹੀ ਪ੍ਰਵਾਨ ਹੁੰਦੀ ਆ। ਤਾਂ ਸਾਨੂੰ ਅਰਦਾਸ ਇਹ ਕਰਨੀ ਚਾਹੀਦੀ ਆ, ਦਿਲੋਂ ਸਰਬੱਤ ਦਾ ਭਲਾ ਹੋਵੇ। ਉੱਪਰੋਂ ਨਹੀਂ ਕਹਿਣਾ ਚਾਹੀਦਾ ਜਦੋਂ ਆਪਾਂ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਨਾ ਹੋਵੇ ਇਕੱਲਾ ਗਲੇ ਚੋਂ ਨਿਕਲੇ, दिल तो निकले। दिल से जो बात निकलती है असर रखती है, पर नहीं ताकते परवाज मगर रखती है। अरदास दे किहड़ा खंभ हुंदे आ? कवि जी कहंदे अरदास दे कोई खंभ थोड़ी हुंदे आ, पर ये उड़ के पहुंच जाती है गुरु कोले उदों जदों ये दिल तो हुंदी आ। तां ओ दिन दूर नहीं जदों ढह जांगे। गुरु साहब जी कबीर साहब जी कहंदे ओ दिन दूर नहीं भाई, एक दिन आवेगा बेसुध जी सुक्की हुई लक्कड़ दे वांग शरीर पिया होगा जमीन ते। चार बंदे लै जाणगे, दिन दूर नहीं। उदों पहला ढईए, मौत आके ढा दे, क्यों ना आप ही ढह जाइए। मिठत नीवी नानका गुण चंगियाइयां तत, वड्डे वड्डे जोरावर सुथलाने असी ढैंदे वेखे ने। वड्डियां वड्डियां हस्तियां मिटाइयां गईयां ने, मौत वाले घाट तो लंघाइयां गईयां ने, कोई नहीं रहेगा। मौत की कचहरी हुई ऐसी है चो कोई बरी नहीं हुंदा। वैसे तुसी जज नूं रिश्वत दे दो, बंदे नूं बरी करवा लो, हो जाएगा। मौत की कचहरी चो कोई बरी नहीं होया। इस करके जन नानक कौ गुर एह मत दीनी, जप हर भवजल तरना। ਤਾਂ ਉਹ ਕੰਮ ਕਰੋ ਜਿਹੜੇ ਰੱਬ ਨੂੰ ਚੰਗੇ ਲੱਗਦੇ ਆ। ਸਰਬੱਤ ਦਾ ਭਲਾ ਮੰਗੋ ਪਿਆਰਿਓ, ਉਹਦੇ ਵਿੱਚ ਤੁਹਾਡਾ ਵੀ ਭਲਾ ਹੈ। ਧੜੇ ਨਾ ਬਣਾਓ, ਇੱਕ ਹੋਵੋ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਅੱਖਰ ਇੱਕ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੁਪਨਾ ਸੀ ਸਾਰਿਆਂ ਨੂੰ ਇੱਕ ਕਰਨਾ, ਤਾਂ ਉਹਨਾਂ ਵੱਲ ਵੀ ਭਾਈ ਧਿਆਨ ਦੇਵੋ। ਗੁਰੂ ਸਾਹਿਬ ਜੀ ਦਾ ਸੁਪਨਾ ਸੀ, ਗੁਰੂ ਦਾ ਵੀ ਸੁਪਨਾ ਸੀ ਇੱਕ ਹੋ ਜਾਈਏ। ਉਹ ਭਾਈ ਉਹਨਾਂ ਤੇ ਫੁੱਲ ਚੜਾਓ। ਇਦੋਂ ਬਿਨਾਂ ਤਾਂ ਸਭ ਕੁਝ ਵਿਅਰਥ ਆ। ਪਿਆਰ ਤੋਂ ਬਿਨਾਂ ਬੰਦਾ ਥੱਕ ਜਾਂਦਾ। ਜਿਹੜੇ ਬੱਚਿਆਂ ਨੂੰ ਘਰ 'ਚ ਪਿਆਰ ਨਹੀਂ ਮਿਲਿਆ, ਤਜਰਬਾ ਕਰਕੇ ਦੇਖਿਓ, ਅੱਕਦੇ ਬਹੁਤ ਨੇ, ਉਹ ਖਿੱਚਦੇ ਬਹੁਤ ਨੇ। ਪਿਆਰ ਤੋਂ ਬਿਨਾਂ ਬੰਦਾ ਮੁਰਝਾ ਜਾਂਦਾ। ਬੰਦੇ ਨੂੰ ਬਹੁਤ ਪਿਆਰ ਦੀ ਲੋੜ ਹੁੰਦੀ ਆ। ਨਫ਼ਰਤ ਨਾ ਕਰੋ ਇੱਕ ਦੂਜੇ ਨੂੰ। ਜਿਹੜੀਆਂ ਲੋੜਾਂ ਨੇ ਉਹ ਜ਼ਰੂਰ ਪੂਰੀਆਂ ਕਰੋ। ਆਤਮਾ ਦੀ ਲੋੜ ਹੈ ਵਾਹਿਗੁਰੂ ਦਾ ਸਿਮਰਨ, ਸਾਡੇ ਮਨ ਨੂੰ ਲੋੜ ਹੈ ਪਿਆਰ ਦੀ। ਗੁਰੂ ਸਾਹਿਬ ਜੀ ਕਰਦੇ ਨੇ, ਅਸੀਂ ਨਹੀਂ ਕਰਦੇ। ਸੋ ਆਓ ਆਪਾਂ ਉਹਨਾਂ ਦੀ ਯਾਦ ਵਿੱਚ ਬੈਠ ਕੇ ਜਪ ਮਨ ਸਤਨਾਮ ਸਦਾ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੀਏ ਤੇ ਐਸੇ ਮਾਲਕ ਨੂੰ ਚੇਤੇ ਕਰੀਏ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਕਿਰਪਾ ਕਰਨ, ਕੀਤੀ ਹੋਈ ਵਿਚਾਰ ਹਿਰਦਿਆਂ 'ਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਆਓ ਚੌਂਕੜੇ ਮਾਰ ਕੇ ਬਿਲਕੁਲ ਸਾਵਧਾਨ ਹੋ ਕੇ ਵਾਹਿਗੁਰੂ ਕਹੀਏ। ਉਸ ਤੋਂ ਬਾਅਦ ਅਰਦਾਸ ਬੇਨਤੀ ਵਿੱਚ ਜੁੜਾਂਗੇ ਪਿਆਰ ਦੇ ਨਾਲ। ਵਾਹਿਗੁਰੂ
देहो सज्जन सीसड़ियाँ, जो होवे साहिब स्यों मेल। वाहिगुरू जी का खालसा, वाहिगुरू जी की फतेह। ऊठा